ਵੀਰਾਂ ਦਾ ਪਿਓ ਕਰਮ ਚੰਦ ਹੁਰਾਂ ਦੇ ਖੇਤਾਂ ਵਿੱਚ ਕਾਮਾ ਹੁੰਦਾ ਸੀ ਤੇ ਜਦੋਂ ਉਹ ਮੋਇਆ ਵੀਰਾਂ ਮਸਾਂ ਕੁੱਛੜੋਂ ਲੱਥ ਕੇ ਰਿੜਨ ਜੋਗੀ ਹੋਈ ਸੀ। ਵੀਰਾਂ ਦਾ ਪਿਓ ਭਰ ਜਵਾਨੀ ਦੀ ਮੌਤ ਮੋਇਆ ਸੀ। ਇਸ ਲਈ ਇੱਕ ਵਾਰੀ ਤਾਂ ਸਾਰੇ ਪਿੰਡ ਦਾ ਦਿਲ ਵੀਰਾਂ ਦੀ ਜਵਾਨ ਜਹਾਨ ਮਾਂ ਦੇ ਦੁੱਖ ਵਿੱਚ ਪੰਗਰ ਉੱਠਿਆ ਸੀ। ਕਿਸੇ ਨੇ ਕੱਪੜਾ, ਕਿਸੇ ਨੇ ਦਾਣੇ, ਕਿਸੇ ਨੇ ਕਪਾਹ ਢੋ ਢੋ ਕੇ ਵੀਰਾਂ ਦੀ ਮਾਂ ਨੂੰ ਆਉਂਦੇ ਸਿਆਲ ਦਾ ਬਾਨਣ ਬੰਨ੍ਹ ਦਿੱਤਾ। ਕੋਈ ਆਂਦਾ ਹੈ ਵੀਰਾਂ ਦਾ ਪਿਓ ਸ਼ਿੰਬਿਆਂ ਦਾ ਪੁੱਤਰ ਸੀ ਤੇ ਕੋਈ ਆਂਦਾ ਸੀ ਜੁਲਾਇਆਂ ਦਾ। ਇੱਕ ਵਾਰੀ ਜਦੋਂ ਪਿੰਡਾਂ ਵਿੱਚ ਭਾਰੀ ਤੌਣ ਪਈ ਸੀ, ਉਸਦੇ ਵੱਡਿਆਂ ਦਾ ਘਰ ਜਿਵੇਂ ਹੂੰਝਿਆ ਗਿਆ ਸੀ ਤੇ ਉਹ ਆਪਣੇ ਨਸੀਬਾਂ ਨੂੰ ਘਰ ਦੀ ਇਕੱਲੀ ਨਿਸ਼ਾਨੀ ਰਹਿ ਗਿਆ ਸੀ। ਤੇ ਫਿਰ ਉਹ ਜਿੰਨਾ ਚਿਰ ਜੀਵਿਆ ਕਰਮਚੰਦ ਦੇ ਖੇਤਾਂ ਵਿੱਚ ਕਾਮਾ ਬਣ ਕੇ ਰਿਹਾ। ਪਿੰਡ ਦੀਆਂ ਤੀਵੀਆਂ ਵੀਰਾਂ ਦੀ ਮਾਂ ਨੂੰ ਚੁੱਲ੍ਹੇ ਚੌਂਕੇ ਦਾ ਕੰਮ ਨਹੀਂ ਸਨ ਦੱਸਦੀਆਂ, ਪਰ ਉਸਨੂੰ ਕਰਮਚੰਦ ਹੁਰਾਂ ਦੇ ਘਰ ਵਿੱਚ ਤੇ ਉਰਾਂ ਪਰਾਂ ਦਾਣੇ ਛੜਨ ਦਾ ਚੌਖਾ ਕੰਮ ਮਿਲ ਗਿਆ ਸੀ। ਕਰਮਚੰਦ ਦੀ ਤੀਵੀਂ ਵੀਰਾਂ ਦੀ ਮਾਂ ਕੋਲੋਂ ਕੱਪੜਾ ਲੱਤਾ ਧਵਾ ਲੈਂਦੀ, ਚਰਖਾ ਕਤਵਾ ਲੈਂਦੀ ਤੇ ਹੋਰ ਉਸਨੂੰ ਕਿੰਨੇ ਨਿੱਕੇ ਮੋਟੇ ਕੰਮ ਦੱਸ ਦਿੰਦੀ। ਕਰਮਚੰਦ ਦੀ ਤੀਵੀਂ ਹੱਥ ਦੀ ਘੁੱਟਵੀਂ ਨਹੀਂ ਸੀ, ਜਿਸ ਲਈ ਵੀਰਾਂ ਨੂੰ ਰੋਜ਼ ਦੁੱਧ ਦਾ ਘੁੱਟ ਵੀ ਮਿਲ ਜਾਂਦਾ ਤੇ ਉਹਦੀ ਮਾਂ ਕਦੇ ਕੱਪੜੇ ਲੱਤੇ ਤੋਂ ਵੀ ਸੌੜੀ ਨਾ ਹੁੰਦੀ। ਕਰਮਚੰਦ ਨੇ ਮੰਨਤਾਂ ਮੰਨ ਮੰਨ ਕੇ ਰੱਬ ਕੋਲੋਂ ਪਿਛਲੀ ਉਮਰੇ ਇੱਕ ਪੁੱਤਰ ਲੱਭਾ ਸੀ। ਡਾਢੀਆਂ ਰੀਝਾਂ ਨਾਲ ਉਸਨੇ ਪੁੱਤਰ ਦਾ ਨਾਂ ਰੂਪਚੰਦ ਰੱਖਿਆ ਸੀ। ਹੋਰ ਰੂਪਚੰਦ ਦੀ ਨਾ ਕੋਈ ਭੈਣ ਸੀ ਤੇ ਨਾ ਕੋਈ ਭਰਾ। ਰੂਪ ਦੀ ਮਾਂ ਰੂਪ ਨੂੰ ਲਡਿਆਉਂਦਿਆਂ ਆਂਦੀ ਹੁੰਦੀ ਸੀ, ਇਹੋ ਮੇਰਾ ਪਲੇਠੀ ਦਾ ਤੇ ਇਹੋ ਭੇਟ ਕਰੋੜਾ। ਵੀਰਾਂ ਰੂਪਚੰਦ ਤੋਂ ਕੋਈ 7-8 ਵਰ੍ਹੇ ਛੋਟੀ ਸੀ। ਉਹ ਖੇਡਣ ਲਈ ਉਸਦਾ ਹਾਣ ਨਹੀਂ ਸੀ, ਪਰ ਕੱਲੇ ਕਾਰੇ ਰੂਪ ਨੂੰ ਜਿਵੇਂ ਉਹ ਇੱਕ ਖਿਡੌਣਾ ਲੱਭ ਪਈ ਸੀ। ਰੂਪ ਰੋਟੀ ਖਾਣ ਲੱਗਦਾ ਵੀਰਾਂ ਨੂੰ ਆਵਾਜ਼ ਦੇ ਲੈਂਦਾ, ਕਦੇ ਸੇਵੀਆਂ ਦਾ ਬੁੱਕ ਉਸਦੇ ਹੱਥਾਂ ਉੱਤੇ ਪਾ ਦਿੰਦਾ, ਕਦੇ ਖੀਰ ਉਸਦੀ ਰੋਟੀ ਉੱਤੇ ਲੱਦ ਦਿੰਦਾ ਤੇ ਰਾਤੀ ਮਾਂ ਜਦੋਂ ਕਾੜਨੀ ਦਾ ਦੁੱਧ ਮਲਾਈ ਭਰ ਕੇ ਰੂਪ ਦੇ ਅੱਗੇ ਧਰਦੀ, ਉਹ ਜਿਵੇਂ ਇਕਲੌਤੇ ਧੀਆਂ ਪੁੱਤਰ ਕਰਦੇ ਹਨ, ਦੁੱਧ ਤੋਂ ਮੂੰਹ ਪੁਆ ਲੈਂਦਾ। ਮਾਂ ਫੇਰ ਵੀਰਾਂ ਨੂੰ ਲੱਭਦੀ, ਉਸਨੂੰ ਵੀ ਉਸਦੀ ਕਟੋਰੀ ਵਿੱਚ ਦੁੱਧ ਪਾ ਦਿੰਦੀ ਤੇ ਫਿਰ ਉਹ ਵੇਖਾਂ ਭਲਾ ਕਿਹੜਾ ਡੀਕ ਲਾ ਕੇ ਪੀਂਦਾ ਏ, ਅੱਖਾਂ ਮੀਟੀ ਕੌਣ ਪੀਵੇਗਾ। 100 ਭੱਜ ਕਰਦੀ ਤਾਂ ਮਸਾਂ ਕਿਤੇ ਰੂਪ ਕੁਝ ਸੰਗੋਂ ਲੰਘਾਉਂਦਾ। ਉਸ ਦੀਆਂ ਸ਼ਰੀਕਣੀਆਂ ਕਈ ਵਾਰ ਉਸਨੂੰ ਸੁਣਾਉਂਦੀਆਂ, ਤੂੰ ਇਸ ਕਮੀਣ ਕੁੜੀ ਨੂੰ ਕਿਹਾ ਹਿਲਾ ਛੱਡਿਆ ਏ, ਜੋ ਵੀ ਤੇਰਾ ਪੁੱਤਰ ਖਾਵੇ ਬਰਾਬਰ ਉਹਦੇ ਨਾਲ ਖਾਂਦੀ ਏ। ਲੋਕ ਪੁੱਤਰਾਂ ਨੂੰ ਅੰਦਰ ਵੜ ਕੇ ਖਵਾਉਂਦੇ ਨੇ ਕਿ ਇੰਜ ਖਾਧਾ ਪੀਤਾ ਨਸ਼ਰ ਕਰਦੇ ਨੇ। ਨੀ ਉਹ ਜਾਣੇ ਮੈਂ ਇਸ ਮੂੰਹ ਜੋਗੀ ਕਿੱਥੇ ਸਾਂ, ਕਿਸੇ ਪੰਜ ਗਰਾਹੀ ਖਾਂਦਾ ਹੈ ਤੇ ਨਾ। ਮਾਂ ਆਪਣੇ ਸ਼ਰੀਕਣੀਆਂ ਨੂੰ ਮੂੰਹ ਨਾ ਚੜ੍ਹਨ ਦਿੰਦੀ। ਵੀਰਾਂ ਨੂੰ 9ਵਾਂ ਵਰ੍ਹਾ ਚੜ੍ਹ ਪਿਆ। ਹੁਣ ਉਹ ਮਾਂ ਦੇ ਕੰਮਾਂ ਵਿੱਚ ਬਰਾਬਰ ਹੱਥ ਵਟਾਉਂਦੀ ਸੀ। ਆਪਣੇ ਘਰ ਉਸਦੀ ਮਾਂ ਜੋ ਭਾਂਡੇ ਮਾਂਜਦੀ ਹੁੰਦੀ ਤਾਂ ਉਹ ਤੰਦੂਰ ਦੀ ਗਰਮ ਸੁਆਹ ਵਿੱਚ ਟਾਕੀ ਲਬੇੜ ਕੇ ਭਾਂਡਿਆਂ ਨੂੰ ਸੁੱਕਾ ਕਰਦੀ ਜਾਂਦੀ, ਤੇ ਜੇ ਸ਼ਾਹਣੀ ਦੇ ਘਰ ਉਸਦੀ ਮਾਂ ਕੱਪੜੇ ਧੋਂਦੀ ਹੁੰਦੀ ਤਾਂ ਉਹ ਨਿੱਕੇ ਕੱਪੜਿਆਂ ਨੂੰ ਛੱਡ ਛੱਡ ਕੇ ਸੁੱਕਣੇ ਪਾਉਂਦੀ ਤੇ ਸੁੱਕਿਆਂ ਨੂੰ ਸਾਂਭਦੀ। ਅੰਦਰ ਸ਼ਾਹਣੀ ਦੀ ਮੰਜੀ ਉੱਤੇ ਤਹਿਆਂ ਲਾ ਆਉਂਦੀ, ਸ਼ਾਹਣੀ ਦੇ ਟਰੰਕਾਂ ਵਿੱਚ ਲੋੜ ਦੀਆਂ ਚੀਜ਼ਾਂ ਧਰ ਆਉਂਦੀ ਤੇ ਪੈਲੀਆਂ ਵਿੱਚੋਂ ਸਾਗ ਪੱਤਰ ਤੋੜ ਲਿਆਉਂਦੀ। ਪੂਰੇ 40 ਕਿੱਲੇ ਕਰਮਚੰਦ ਦੀ ਜ਼ਮੀਨ ਸੀ। ਪਿੰਡ ਵਿੱਚ ਨਿੱਕੀਆਂ ਇੱਟਾਂ ਦੀ ਕਿਲੇ ਜਿੱਡੀ ਹਵੇਲੀ ਸੀ ਤੇ ਬੂਹੇ ਉੱਤੇ 3 ਲਵੇਰੇ ਬੱਝੇ ਹੋਏ ਸਨ। 16-17 ਵਰ੍ਹਿਆਂ ਦੇ ਰੂਪ ਨੂੰ ਹੁਣ ਕੁੜਮਾਈਆਂ ਟੁੱਕ ਟੁੱਕ ਆਉਂਦੀਆਂ ਸਨ। ਮੈਂ ਨਹੀਂ ਜੋ ਲੋਕਾਂ ਨੂੰ ਬਹੁਤੇ ਫੇਰੇ ਪਵਾਉਣੇ। ਅੱਜ ਮੈਂ ਇਸ ਮੂੰਹ ਜੋਗੀ ਹੋਈ ਤਾਂ ਕਿ ਲੋਕ ਮੇਰੀਆਂ ਦਲੀਜਾਂ ਤੇ ਚੜ੍ਹੇ। ਮਰ ਮਰ ਕੇ ਮੈਂ ਪੁੱਤਰ ਲੱਭਾ ਏ। ਇੰਜ ਲੋਕਾਂ ਦੇ ਮੂੰਹ ਵਿੱਚ ਆ ਜਾਈਦਾ ਏ, ਲੋਕ ਆਂਦੇ ਨੇ ਇਹ ਫਿੱਟ ਗਏ ਨੇ। ਇੰਜ ਕਰਮਚੰਦ ਦੀ ਤੀਵੀਂ ਕਰਮਚੰਦ ਨੂੰ ਆਂਦੀ ਰਹਿੰਦੀ। ਆਖਰ ਕਰਮਚੰਦ ਦੇ ਨਾਲ ਦੇ ਪਿੰਡ ਇੱਕ ਸਰਦੇ ਪੁੱਜਦੇ ਘਰੋਂ ਗੁੜ ਦੀ ਰੋੜੀ ਤੇ 5 ਰੁਪਈਏ ਲੈ ਲਏ। ਅਜੇ ਵਿਆਹ ਦੀ ਤਰੀਕ ਨਹੀਂ ਸੀ ਪਈ ਜਦੋਂ ਕਰਮਚੰਦ ਦੇ ਘਰ ਵਿੱਚ ਹੋਣੀ ਵਰਤ ਗਈ। ਰੂਪ ਦੀ ਮਾਂ 2 ਦਿਨਾਂ ਦੇ ਤਾਪ ਨਾਲ ਇਸ ਦੁਨੀਆ ਤੋਂ ਟੁਰ ਗਈ ਤੇ ਆਪ ਕਰਮਚੰਦ ਦੀਆਂ ਅੱਖਾਂ ਰਹੀ ਗਈਆਂ। ਵੀਰਾਂ ਦੀ ਮਾਂ ਨੇ ਆਪਣਾ ਅੰਗ ਪਾਲਿਆ ਤੇ ਘਰ ਨੂੰ ਇਸ ਤਰ੍ਹਾਂ ਸਾਂਭਦੀ ਸਿਰਕਦੀ ਰਹੀ ਕਿ ਬੁੱਢੇ ਤੇ ਮੁਥਾਜ ਕਰਮਚੰਦ ਦੇ ਮੂੰਹੋਂ ਦਿਹਾੜੀ ਵਿੱਚ ਵੀਰਾਂ ਨੂੰ ਤੇ ਉਸਦੀ ਮਾਂ ਨੂੰ 7-7 ਅਸੀਸਾਂ ਨਿਕਲਦੀਆਂ। ਰੋਟੀ ਟੁੱਕਰ ਕਰਨ ਵਾਸਤੇ ਉਹਨਾਂ ਨੇ ਪਿੰਡ ਦੀ ਕਮਹਿਰੀ ਨੂੰ ਲਾ ਲਿਆ ਸੀ। ਵੀਰਾਂ ਧੀਏ, ਮੇਰੀ ਸੋਟੀ ਤੇ ਫੜਾ ਜਾਈਂ। ਕੀ ਚਾੜਿਆ ਜੇ ਅੱਜ ਵੀਰਾਂ ਧੀਏ, ਅੱਜ ਲੱਸੀ ਵਿੱਚ ਲੂਣ ਨਹੀਂ ਜੇ ਖੋਰਿਆ। ਮੈਂ ਨਹੀਂ ਜੇ ਦੁੱਧ ਪੀਣਾ, ਜਾਗ ਲਾ ਛੱਡੋ। ਭਾਵੇਂ ਇਹ ਸਾਰੇ ਕੰਮ ਮਹਿਰੀ ਤੀਵੀਂ ਨੇ ਕਰਨੇ ਹੁੰਦੇ ਸਨ, ਪਰ ਪੱਲੇ ਪੱਲੇ ਕਰਮਚੰਦ ਵੀਰਾਂ ਨੂੰ ਹੀ ਆਵਾਜ਼ਾਂ ਦਿੰਦਾ। ਉਹ ਕਰਮਚੰਦ ਦਾ ਹੱਥ ਫੜ ਕੇ ਉਸਨੂੰ ਪਸਾਰ ਵਿੱਚ ਲਿਆਉਂਦੀ ਤੇ ਜੇ ਉੱਥੇ ਪਾਲਾ ਹੁੰਦਾ ਉਸਦੀ ਮੰਜੀ ਅੰਦਰ ਕਰ ਦਿੰਦੀ। ਇੰਜ ਵੀਰਾਂ ਦੀ ਤੇ ਉਸਦੀ ਮਾਂ ਦੀ ਦਿਹਾੜ ਬੀਤ ਜਾਂਦੀ। ਸਾਰੇ ਲੋਕ ਆਂਦੇ ਸਨ ਤੇ ਕਰਮਚੰਦ ਆਪ ਵੀ ਆਂਦਾ ਸੀ। ਹੁਣ ਜਿਵੇਂ ਕਿਵੇਂ ਰੂਪ ਦਾ ਵਿਆਹ ਕਰ ਛੱਡੀਏ। ਸ਼ਰੀਕੇ ਵਿੱਚੋਂ ਰੂਪਚੰਦ ਦੀ ਇੱਕ ਤਾਈ ਸੱਤਾਂ ਹਸਾਨਾਂ ਨਾਲ ਰਹਿਣ ਵਾਸਤੇ ਆਈ ਸੀ ਤੇ ਘਰ ਵਿੱਚ ਰੂਪ ਦਾ ਵਿਆਹ ਰਚਿਆ ਗਿਆ। ਕੰਮਾਂ ਦਾ ਗਾਹੜ ਪੈ ਗਿਆ। ਵੀਰਾਂ ਦੀ ਮਾਂ ਪੱਲੇ ਪੱਲੇ ਸ਼ਾਹਣੀ ਨੂੰ ਯਾਦ ਕਰਦੀ ਤੇ ਅੱਖਾਂ ਭਰ ਲੈਂਦੀ। ਵੀਰਾਂ ਵਿਆਹ ਦੇ ਕੰਮਾਂ ਵਿੱਚ ਉੱਡਦੀ ਫਿਰਦੀ ਸੀ। ਜੰਝ ਦੇ ਨਾਲ ਹੋਰ ਕੋਈ ਤੀਵੀਂ ਨਹੀਂ ਸੀ, ਸਿਰਫ ਵੀਰਾਂ ਤੇ ਵੀਰਾਂ ਦੀ ਮਾਂ ਮੌਲੀ ਮਹਿੰਦੀ ਤੇ ਹੋਰ ਸ਼ਗਨ ਦੀਆਂ ਚੀਜ਼ਾਂ ਲੈ ਕੇ ਗਈਆਂ।
ਸ਼ਿੱਬੋ ਰੂਪ ਦੀ ਹੋਣ ਵਾਲੀ ਵਹੁਟੀ ਦਾ ਨਾਂ ਸੀ। ਵੀਰਾਂ ਨੇ ਸਹੇਲੀਆਂ ਦੇ ਵਾਂਗ ਸ਼ਿੱਬੋ ਨੂੰ ਮਹਿੰਦੀ ਲਾਈ ਤੇ ਜਦੋਂ ਸ਼ਿੱਬੋ ਦੀਆਂ ਪੇਕੀਆਂ ਸ਼ਿੱਬੋ ਨੂੰ ਵਟਣਾ ਮਲ-ਮਲ ਨਹਾਉਂਦੀਆਂ ਰਹੀਆਂ, ਵੀਰਾਂ ਬਰਾਬਰ ਉਹਨਾਂ ਦੇ ਨਾਲ ਗਾਉਂਦੀ ਰਹੀ ਤੇ ਫਿਰ ਵੀਰਾਂ ਨੇ ਉਸਦੇ ਵਾਲਾਂ ਵਿੱਚ ਸੂਹਾ ਲਾਲ ਪਰਾਂਦਾ ਗੁੰਦਿਆ। ਸ਼ਿੱਬੋ ਦਾ ਬੁੱਕ ਭਾਰਾ ਸੀ, ਜਿਸ ਲਈ ਉਸਦਾ ਮਾਮਾ ਸਰੋਂ ਦਾ ਤੇਲ ਲਾ ਕੇ ਉਸਨੂੰ ਚੂੜਾ ਚਾੜਦਾ ਰਿਹਾ। ਕਿੱਡੀਆਂ ਹੀ ਚੀਸਾਂ ਸ਼ਿੱਬੋ ਨਾ ਸਹੀ ਨਾ ਹੋਣ ਦਿੱਤੀਆਂ, ਪਰ ਹੁਣ ਸੱਜੇ ਹੱਥ ਦੀਆਂ ਅਗਲੀਆਂ ਚੂੜੀਆਂ ਚਾੜਨ ਲਈ ਜਿਉਂ-ਜਿਉਂ ਉਸਦਾ ਮਾਮਾ ਜ਼ੋਰ ਲਾਉਂਦਾ, ਸ਼ਿੱਬੋ ਦੇ ਹੱਥ ਉੱਤੇ ਲਾਸ ਡੂੰਘੀ ਹੁੰਦੀ ਜਾਂਦੀ ਤੇ ਮਾਸ ਉੱਭਰਦਾ ਆਉਂਦਾ। ਸ਼ਿੱਬੋ ਦੀ ਖੱਬੀ ਬਾਂਹ ਨੂੰ ਚੂੜਾ ਚੜ੍ਹ ਚੁੱਕਾ ਸੀ ਤੇ ਵੀਰਾਂ ਉਸਦੇ ਪਾਸੇ ਨਾਲ ਅਟੀ ਹੋਈ ਸੀ। ਉਸਦੇ ਚੂੜੇ ਵਾਲੀ ਬਾਂਹ ਆਪਣੇ ਹੱਥਾਂ ਵਿੱਚ ਲੈ ਕੇ ਸ਼ਿੱਬੋ ਦੇ ਵੱਲ ਇੰਝ ਤੱਕਦੀ ਪਈ ਸੀ, ਜਿਵੇਂ ਉਸਦੇ ਕੋਲੋਂ ਸ਼ਿੱਬੋ ਦੀ ਝਾਲ ਨਾ ਝੱਲੀ ਜਾਂਦੀ ਹੋਵੇ। ਸ਼ਿੱਬੋ ਦਾ ਮਾਮਾ ਥੱਕ ਲੱਥਾ ਸੀ, ਪਰ ਸੱਜੇ ਹੱਥ ਦੀਆਂ ਅਗਲੀਆਂ 2 ਚੂੜੀਆਂ ਅਜੇ ਵੀ ਸ਼ਿੱਬੋ ਦੇ ਬੁੱਕ ਤੋਂ ਲੰਘੀਆਂ ਨਹੀਂ ਸਨ ਤੇ ਸ਼ਿੱਬੋ ਦੀਆਂ ਅੱਖਾਂ ਵਿੱਚ ਗਲੇਡੂ ਭਰ ਆਏ ਸਨ। ਆਖਰ ਚੂੜੀਆਂ ਨੇ ਮਾਸ ਦੇ ਉੱਭਰੇ ਵੱਟਾਂ ਨੂੰ ਪੀਚਿਆ ਤੇ ਬਾਹਰ ਬਾਂਹ ਵੱਲ ਨੂੰ ਤਿਲਕੀਆਂ। "ਉਈ!" ਸ਼ਿੱਬੋ ਕੋਲੋਂ ਪੀੜ ਨਾ ਜਰੀ ਗਈ, ਪਰ ਜਿਉਂ ਹੀ ਵੀਰੋ ਨੇ ਦੋਹਾਂ ਹੱਥਾਂ ਵਿੱਚ ਲੈ ਕੇ ਸ਼ਿੱਬੋ ਦੀ ਬਾਂਹ ਨੂੰ ਛਣਕਾਇਆ, ਸ਼ਿੱਬੋ ਨੂੰ ਮੱਲੋ-ਮੱਲੀ ਹਾਸਾ ਆ ਗਿਆ। ਸ਼ਿੱਬੋ ਦੀਆਂ ਬਾਹਵਾਂ ਨਾਲ ਗਰੀਆਂ ਤੇ ਕੌਡੀਆਂ ਨਾਲ ਪਰੁਚੇ ਹੋਏ ਕਲੀਰੇ ਬੱਝ ਗਏ। ਵੀਰਾਂ ਨੇ ਚਿੱਟੀਆਂ ਤੇ ਗੁਟਕਣੀਆਂ ਕੌਡੀਆਂ ਨੂੰ ਮੁੜ ਛਣਕਾ ਕੇ ਤੱਕਿਆ। "ਆ ਲੈ ਖੋਪਾ, ਤੇਰੇ ਸਿਰ ਉੱਤੇ ਮਾਰਨੀ ਆ। ਤੇਰਾ ਵਿਆਹ ਬਸ ਝੱਟ ਹੀ ਹੋ ਜਾਵੇਗਾ ਤੇ ਫੇਰ ਤੂੰ ਇਹੋ ਜਿਹਾ ਚੂੜਾ ਪਾਵੇਂਗੀ, ਇਹੋ ਜਿਹੇ ਕਲੀਰੇ ਬੰਨੇਂਗੀ।" ਸ਼ਿੱਬੋ ਨੇ ਹੱਸ-ਹੱਸ ਕੇ ਜਿੱਥੇ ਆਪਣੀਆਂ ਹੋਰ ਕੰਵਾਰੀਆਂ ਸਹੇਲੀਆਂ ਦੇ ਸਿਰ 'ਤੇ ਵਾਰੋ-ਵਾਰ ਕਲੀਰੇ ਦਾ ਖੋਪਾ ਮਾਰਿਆ, ਉੱਥੇ ਵੀਰਾਂ ਦੇ ਸਿਰ ਉੱਤੇ 2 ਵਾਰ ਖੋਪਾ ਧਰਿਆ। ਵੀਰਾਂ ਰੱਜ ਕੇ ਖੁਸ਼ ਸੀ। ਜਦੋਂ ਸ਼ਿੱਬੋ ਨੇ ਮੱਥੇ ਉੱਤੇ ਦੌਣੀ ਬੱਝੀ, ਵੀਰਾਂ ਦੀਆਂ ਅੱਡੀਆਂ ਭੋਏ 'ਤੇ ਨਹੀਂ ਸਨ ਲੱਗਦੀਆਂ। ਉਹ ਪੱਬਾਂ ਭਾਰ ਹੋ ਕੇ ਸ਼ਿੱਬੋ ਦੇ ਮੱਥੇ ਵੱਲ ਵੇਂਦੀ ਰਹੀ। ਆਖਰ ਡੋਲੀ ਤੁਰਨ ਦਾ ਵੇਲਾ ਹੋ ਪਿਆ। ਵੀਰਾਂ ਨੂੰ ਖਾਣ ਦੀ ਸੁੱਧ ਸੀ ਨਾ ਪੀਣ ਦੀ। ਉਸਨੂੰ ਜਿਵੇਂ ਅੱਜ ਕੁਝ ਲੱਭ ਪਿਆ ਸੀ। ਪੇਕੀਆਂ ਤੀਵੀਆਂ ਮੁੜ-ਮੁੜ ਸ਼ਿੱਬੋ ਦੇ ਗਲ ਮਿਲਦੀਆਂ। ਹੁਣ ਉਹ ਸਹੁਰਿਆਂ ਦੀ ਦੌਲਤ ਸੀ ਤੇ ਪੇਕਿਆਂ ਦੀ ਪ੍ਰਾਹੁਣੀ ਸੀ। ਨਿੱਕੀਆਂ ਅਣਜਾਣੀਆਂ ਨੂੰ ਵਹੁਟੀ ਬਣੀ ਸ਼ਿੱਬੋ ਦੇ ਕੋਲ ਢੁੱਕ-ਢੁੱਕ ਕੇ ਬਹਿਣ ਦਾ ਚਾਅ ਸੀ, ਪਰ ਵੀਰਾਂ ਨੂੰ ਜਾਪਦਾ ਸੀ ਕਿ ਹੁਣ ਸ਼ਿੱਬੋ ਉੱਤੇ ਉਸਦਾ ਸਾਰਿਆਂ ਤੋਂ ਬਹੁਤਾ ਹੱਕ ਸੀ, ਇਸ ਲਈ ਉਹ ਸ਼ਿੱਬੋ ਦੇ ਪਾਸੇ ਨਾਲ ਅਟੀ ਹੋਈ ਸੀ। ਸ਼ਿੱਬੋ ਦੀਆਂ ਸਹੇਲੀਆਂ ਉਸਦੇ ਕੰਨਾਂ ਵਿੱਚ ਪਤਾ ਨਹੀਂ ਕੀ-ਕੀ ਕਹਿਣਾ ਚਾਹੁੰਦੀਆਂ ਸਨ ਤੇ ਉਹਨਾਂ ਦਾ ਜੀਅ ਕਰਦਾ ਸੀ ਕਿ ਉਹ 2 ਮਿੰਟ ਇਕੱਲੀਆਂ ਸ਼ਿੱਬੋ ਕੋਲ ਬਹਿਣ। ਆਖਰ ਇੱਕ ਸਹੇਲੀ ਨੇ ਡਾਢੇ ਰੋਹ ਨਾਲ ਆਖਿਆ, "ਇੱਕ ਤੇ ਆ ਕਮੀਣ ਕੁੜੀ ਨਹੀਂ ਇਹਦੇ ਪਾਸੇ ਨਾਲੋਂ ਲਹਿੰਦੀ।" ਵੀਰਾਂ ਦਾ ਮੂੰਹ ਲੈ ਗਿਆ ਤੇ ਉਹ ਚੁੱਪ-ਚਪੀਤੀ ਸ਼ਿੱਬੋ ਤੋਂ ਪਰਾਂ ਹਟ ਗਈ। ਨਾ ਸ਼ਿੱਬੋ ਨੇ 4 ਦਿਨ ਪੀੜ੍ਹੇ ਉੱਤੇ ਬਹਿ ਕੇ ਤੱਕਿਆ ਤੇ ਨਾ ਗੋਟੇ ਨਾਲ ਸੱਜੇ ਜੜੇ ਹੋਏ ਕੱਪੜੇ ਹੰਢਾ ਕੇ ਵੇਖੇ। ਪੇਕੇ ਵੀ ਕਦੀ ਰੱਜ ਕੇ ਸ਼ਿੱਬੋ ਨੂੰ ਜਾਣਾ ਨਾ ਮਿਲਿਆ। ਭਾਵੇਂ ਉਤਲਾ ਕੰਮ ਵੀਰਾਂ ਦੀ ਮਾਂ ਹੀ ਕਰਦੀ ਸੀ, ਪਰ ਰੋਟੀ-ਟੁੱਕਰ ਹੁਣ ਸ਼ਿੱਬੋ ਆਪ ਕਰਦੀ ਸੀ। ਮਹਿਰੀ ਉਹਨਾਂ ਨੇ ਲਾ ਛੱਡੀ ਸੀ। ਚਾਟੀਆਂ ਕੂਚਦੀ, ਦੁੱਧ ਜਮਾਂਦੀ ਤੇ ਲੱਸੀ ਰਿੜਕਦੀ ਸ਼ਿੱਬੋ ਦੀ ਦਿਹਾੜ ਲੰਘ ਜਾਂਦੀ। 2 ਵੇਲੇ ਰੋਟੀ ਵੀ ਕਰਦੀ, ਫਿਰ ਦੁਪਹਿਰਾਂ ਵੇਲੇ ਚਰਖੇ ਨੂੰ ਚੋਪੜਦੀ, ਮਾਹਲ ਵੱਟਦੀ, ਨਵਾਂ ਬੀੜਾ ਪਾਂਦੀ ਜਾਂ ਕੋਈ ਮੋੜਾ ਜਾਂ ਪੱਛੀ ਉਣਦੀ। ਸ਼ਿੱਬੋ ਨੂੰ ਵਾਰ ਨਹੀਂ ਸੀ ਆਉਂਦਾ। ਕਰਮਚੰਦ ਗੱਲੇ-ਗੱਲੇ ਸ਼ਿੱਬੋ ਨੂੰ ਅਸੀਸਾਂ ਦਿੰਦਾ ਸੀ, ਪਰ ਵਰ੍ਹੇ ਉੱਤੇ ਵਰ੍ਹਾ ਪੈ ਚੱਲਿਆ ਸੀ। ਪਤਾ ਨਹੀਂ ਸ਼ਿੱਬੋ ਨੂੰ ਕੋਈ ਅਸੀਸ ਲੱਗਦੀ ਕਿਉਂ ਨਹੀਂ ਸੀ। ਲੋਕ ਆਂਦੇ ਸਨ, ਥੁੜਾਂ ਵਾਲੇ ਘਰ ਮਾਲੂਮ ਕਿਉਂ ਹੋਣ। ਵਾਹ ਲੱਗਦੇ ਵੀਰਾਂ ਸਾਰਿਆਂ ਕੰਮਾਂ ਵਿੱਚ ਸ਼ਿੱਬੋ ਦਾ ਹੱਥ ਵਟਾਉਂਦੀ ਸੀ ਤੇ ਵੀਰਾਂ ਦੀ ਮਾਂ ਘਰ ਦੀ ਸੱਸ ਮਾਂ ਵਾਕਰ ਸ਼ਿੱਬੋ ਦਾ ਦਰਦ ਕਰਦੀ ਸੀ। ਵੀਰਾਂ ਨੂੰ ਜਵਾਨੀ ਹਾੜ ਕੇ ਚੜ੍ਹਦੀ ਪਈ ਸੀ। ਵੇਲਣਿਆਂ ਵਾਂਗ ਉਸਦੀਆਂ ਬਾਹਾਂ ਗੁੰਦੀਆਂ ਗਈਆਂ ਸਨ। ਕਈ ਵਾਰ ਵੀਰਾਂ ਦੀ ਮਾਂ ਸ਼ਿੱਬੋ ਦੇ ਕੋਲ ਬਹਿੰਦੀ ਤੇ ਆਂਦੀ, "ਪੱਲੇ 4 ਕੌਡਾਂ ਵੀ ਨਹੀਂ ਤੇ ਵੀਰਾਂ ਛੱਤ ਨੂੰ ਹੱਥ ਪਾਉਣ ਲੱਗ ਪਈ ਏ। ਤੂੰ ਕਾਹਨੂੰ ਝੁਰਨੀ ਏ ਮਾਂ, ਜਿੱਥੇ ਉਹਦੇ ਸੰਜੋਗ ਹੋਣਗੇ।" ਸ਼ਿੱਬੋ ਹਮੇਸ਼ਾ ਉਸਦਾ ਦਿਲ ਰੱਖ ਲੈਂਦੀ। ਸ਼ਿੱਬੋ ਦੇ ਵਿਆਹ ਨੂੰ 6ਵਾਂ ਵਰ੍ਹਾ ਲੱਗ ਪਿਆ। ਅਸੀਸਾਂ ਦੇ ਕੇ ਵਿਚਾਰੇ ਕਰਮਚੰਦ ਦੀ ਜੀਭ ਸੁੱਕ ਗਈ ਸੀ ਤੇ ਹੁਣ ਉਹ ਆਪਣੀ ਉਮਰ ਦੇ ਆਖਰੀ ਸਾਹ ਗਿਣਦਾ ਪਿਆ ਸੀ। "ਅੱਛਾ, ਮੇਰੇ ਕਰਮਾਂ ਵਿੱਚ ਨਾ ਹੋਵੇਗਾ," ਵਿਚਾਰਾ ਕਰਮਚੰਦ ਆਖਰੀ ਸਾਹ ਕਹਿੰਦਾ ਰਿਹਾ। ਹੁਣ ਘਰ ਵਿੱਚ ਸ਼ਿੱਬੋ ਤੇ ਉਸਦਾ ਮਰਦ ਹੀ ਰਹਿ ਗਏ ਸਨ। ਸ਼ਰੀਕੇ ਵਾਲੇ ਘਰਾਂ ਵਿੱਚ ਲੋਕ ਮੂੰਹ ਜੋੜਨ ਲੱਗ ਪਏ, ਜਿਵੇਂ ਰੂਪਚੰਦ, "ਕੱਲ੍ਹ ਨੂੰ ਕਰਮਚੰਦ ਦਾ ਨਾਂ ਇਸ ਪਿੰਡ ਵਿੱਚ ਕਿਹਨੇ ਲੈਣਾ ਏ? 6 ਵਰ੍ਹੇ ਹੋ ਗਏ ਨੇ, ਰੱਬ ਨੇ ਦੇਣਾ ਹੁੰਦਾ ਤਾਂ ਪਹਿਲੇ ਦਿਨੋਂ ਹੀ ਨਾ ਦਿੰਦਾ। ਏਡੀਆਂ ਜ਼ਮੀਨਾਂ, ਏਡੀਆਂ ਹਵੇਲੀਆਂ।" ਸ਼ਿੱਬੋ ਜਿਉਂ-ਜਿਉਂ ਘਰ ਨੂੰ ਬਣਾਉਂਦੀ ਸੰਵਾਰਦੀ, ਭਾਂਡਿਆਂ ਦੇ ਮੂੰਹ ਲਿਸ਼-ਲਿਸ਼ ਕਰਦੇ, ਪਰ ਸ਼ਿੱਬੋ ਦਾ ਮੂੰਹ ਮੈਲਾ ਹੁੰਦਾ ਜਾਂਦਾ ਸੀ। ਰੂਪਚੰਦ ਨੇ ਕਦੇ ਉਸਨੂੰ ਕੁਝ ਨਹੀਂ ਸੀ ਆਖਿਆ, ਕਦੇ ਕੋਈ ਸਨੌਤ ਵੀ ਨਹੀਂ ਸੀ ਸੁੱਟੀ, ਪਰ ਉਹ ਮਨ ਹੀ ਮਨ ਸੋਚਦੀ, ਆਖਰ ਉਹ ਉਸਦਾ ਕਿੰਨਾ ਕੁ ਚਿਰ ਲਿਹਾਜ਼ ਕਰੇਗਾ। ਇੱਕ ਦਿਹਾੜੇ ਸ਼ਿੱਬੋ ਆਪਣੇ ਮਨ ਨੂੰ ਆਟੇ ਵਾਂਗ ਪੀ ਲਿਆ ਤੇ ਆਪਣੇ ਮਰਦ ਨੂੰ ਹੋਰ ਵਿਆਹ ਕਰ ਲੈਣ ਲਈ ਆਖਿਆ। ਰੂਪਚੰਦ ਜਿਉਂ-ਜਿਉਂ ਗੱਲ ਨੂੰ ਟਾਲਦਾ ਰਿਹਾ, ਸ਼ਿੱਬੋ ਹੋਰ ਵੀ ਖਹਿੜੇ ਪੈਂਦੀ ਰਹੀ। "ਤੂੰ ਮੇਰਾ ਦਿਲ ਲੈਨੀ ਏਂ? ਮੈਨੂੰ ਕਿਸੇ ਦੀ ਸਹੁੰ ਪਵਾ ਲਵੋ ਜੇ ਮੈਂ ਸੱਚੇ ਦਿਲੋਂ ਨਾ ਆਂਦੀ ਹੋਵਾਂ। ਮੈਨੂੰ ਤੇ ਕੋਈ ਲੋੜ ਨਹੀਂ।" "ਸਾਰੀ ਉਮਰ?"
ਸਾਰੀ ਉਮਰ। ਤੇ ਰੂਪਚੰਦ ਬਾਹਰ ਖੇਤਾਂ ਨੂੰ ਤੁਰ ਗਿਆ। ਉਸ ਦਿਹਾੜੇ ਸ਼ਿੱਬੋ ਖੁਸ਼ ਸੀ। ਅਸਲ ਵਿੱਚ ਉਹ ਮਰਦ ਦਾ ਦਿਲ ਟੋਂਦੀ ਸੀ ਤੇ ਉਸਦੇ ਮੂੰਹੋਂ ਨਾਂ ਸੁਣ ਕੇ ਜਿਵੇਂ ਉਸਦੇ ਦਿਲ ਨੂੰ ਟੋਣੀ ਮਿਲ ਗਈ ਸੀ। ਵੀਰਾਂ ਨੂੰ ਭਰ ਜਵਾਨੀ ਚੜ੍ਹੀ ਸੀ। ਪਿਛਲੇ ਸਾਲ ਦੇ ਕੱਪੜੇ ਉਸਦੇ ਅੜਦੇ ਨਹੀਂ ਸਨ। ਵੀਰਾਂ ਦਾ ਰੰਗ ਕਣਕ ਭਿੰਨਾ ਸੀ, ਪਰ ਇਹ ਸੱਚ ਸੀ ਕਿ ਵੇਖਣ ਵਾਲੇ ਦੀ ਉਸਦੇ ਮੂੰਹ ਉੱਤੋਂ ਅੱਖ ਤਿਲਕ ਪੈਂਦੀ ਸੀ। ਵੀਰਾਂ ਦੀ ਮਾਂ ਛਿੱਬੋ ਨੂੰ ਮੁੜ-ਮੁੜ ਚੇਤੇ ਕਰਾਉਂਦੀ, ਜਿਹਦੇ ਬੂਹੇ ਏਡੀ ਜਵਾਨ ਧੀ ਹੋਵੇ, ਉਹਨੂੰ ਰਾਤੀ ਨੀਂਦਰ ਨਹੀਂ ਪੈਂਦੀ ਧੀਏ, ਤੂੰ ਇਹਦੇ ਸਿਰ ਉੱਤੇ ਹੱਥ ਰੱਖ। ਇੱਕ ਰਾਤ ਛਿੱਬੋ ਨੇ ਰੂਪਚੰਦ ਅੱਗੇ ਵੀਰਾਂ ਦੇ ਵਿਆਹ ਦੀ ਗੱਲ ਛੇੜੀ ਤੇ ਆਪਣੇ ਵੱਲੋਂ 2-3 ਮੁੰਡਿਆਂ ਦੀ ਦੱਸ ਪਾਈ। ਫੇਰ ਵੀਰਾਂ ਨੂੰ ਦੇਣ ਲੈਣ ਵੱਲੋਂ ਕਈ ਗੱਲਾਂ ਕਰਦੀ ਰਹੀ। ਰਾਤ ਕਿੱਡੀ ਹੋ ਚੱਲੀ ਸੀ, ਪਰ ਰੂਪਚੰਦ ਨਾ ਤਾਂ ਹੁੰਗਾਰਾ ਭਰਦਾ ਸੀ ਤੇ ਨਾ ਅਜੇ ਤੱਕ ਸੁੱਤਾ ਸੀ। "ਛਿੱਬੋ," ਰੂਪਚੰਦ ਨੇ ਤਰਬਕ ਕੇ ਆਖਿਆ, "ਦੱਸੋ।" "ਇੱਕ ਵਾਰ ਤੂੰ।" ਤੇ ਰੂਪਚੰਦ ਚੁੱਪ ਕਰ ਰਿਹਾ। "ਕੀ ਇੱਕ ਵਾਰ ਮੈਂ?" ਛਿੱਬੋ ਪੁੱਛਦੀ ਰਹਿ ਗਈ, ਪਰ ਰੂਪਚੰਦ ਕਿੰਨਾ ਚਿਰ ਕੁਝ ਨਾ ਬੋਲਿਆ। "ਅੱਜ ਕੱਲ੍ਹ ਜਾਤਾਂ ਕੌਣ ਵਹਿੰਦਾ ਏ ਛਿੱਬੋ, ਜੇ ਵੀਰਾਂ?" ਰੂਪਚੰਦ ਤੋਂ ਮਸਾਂ ਏਨਾ ਹੀ ਕਹਿਣ ਹੋਇਆ। ਛਿੱਬੋ ਨੂੰ ਸਮਝ ਕੁਝ ਨਾ ਪਈ। "ਵੀਰਾਂ ਸਾਰੀ ਉਮਰ ਤੇਰੀ ਟਹਿਲ ਕਰੇਗੀ।" ਫੇਰ ਜਿਵੇਂ ਅੱਬੜਵਾਹੇ ਰੂਪਚੰਦ ਨੇ ਆਖਿਆ। ਹੁਣ ਛਿੱਬੋ ਨੂੰ ਸਮਝ ਪੈ ਗਈ ਤੇ ਉਹਦੇ ਆਪਣੇ ਮਰਦ ਦੇ ਮੂੰਹ ਵੱਲ ਤੱਕਦੀ ਰਹਿ ਗਈ। "ਵੀਰਾਂ?" ਛਿੱਬੋ ਕੋਲੋਂ ਫੇਰ ਏਨਾ ਹੀ ਆਖ ਹੋਇਆ ਤੇ ਫੇਰ ਆਪਣੇ ਚੂੜੇ ਨਾਲ ਖੇਡਦੀ ਉਸਨੂੰ ਬਾਲੜੀ ਜਿਹੀ ਵੀਰਾਂ ਚੇਤੇ ਆ ਗਈ। ਤੇ ਫੇਰ ਛਿੱਬੋ ਨੂੰ ਚੇਤੇ ਆਇਆ ਕਿ ਉਸਨੇ ਵੀਰਾਂ ਨੂੰ 2 ਵਾਰ ਖੋਪਾ ਮਾਰ ਕੇ ਆਖਿਆ ਸੀ, "ਆਹ ਲੈ, ਤੇਰਾ ਵਿਆਹ ਝੱਟ ਹੀ ਹੋ ਜਾਏਗਾ।" ਫੇਰ ਛਿੱਬੋ ਦੇ ਜੀਅ ਵਿੱਚ ਇੱਕ ਵਲ੍ਹੇਟ ਪਿਆ। "ਵੀਰਾਂ, ਤੂੰ ਉਦੋਂ ਹੀ ਕਿਉਂ ਨਾ ਚੂੜਾ ਚਾੜ੍ਹ ਲਿਆ? ਤੂੰ ਉਦੋਂ ਹੀ ਕਿਉਂ ਨਾ ਇਹ ਮਹਿੰਦੀ ਲਾ ਲਈ? ਤੂੰ ਉਦੋਂ ਹੀ ਕਿਉਂ ਨਾ ਕਲੀਰੇ ਬੰਨ੍ਹ ਲਏ?" ਪਤਾ ਨਹੀਂ ਕਿੱਥੋਂ ਦੇ ਪੱਥਰ ਛਿੱਬੋ ਨੇ ਆਪਣੀ ਜੀਭ ਉੱਤੇ ਧਰ ਲਏ। ਉਂਝ ਵੀ ਉਹ ਸੋਚਦੀ ਸੀ, ਜੇ ਮਰਦ ਆਪਣੀ ਆਈ ਉੱਤੇ ਆ ਜਾਏ ਤਾਂ ਉਹ ਭਲਾ ਉਸਦਾ ਕੀ ਕਰ ਸਕਦੀ ਸੀ। ਵੀਰਾਂ ਨਹੀਂ ਤੇ ਕੋਈ ਹੋਰ ਉਸਦੀ ਥਾਵੇਂ ਆ ਜਾਏਗੀ। ਨਾਲ ਦੇ ਪਿੰਡਾਂ ਵਿੱਚੋਂ ਕਿਹੜਾ ਸੀ ਜੋ ਆਪਣੀ ਧੀ ਨਹੀਂ ਸੀ ਦੇਣਾ ਚਾਹੁੰਦਾ? ਜੇ ਹੋਰ ਕਿਸੇ ਆਉਣਾ ਏ ਤਾਂ ਵੀਰਾਂ ਹੀ ਸਹੀ। ਤੇ ਦਲੀਲਾਂ ਵਿੱਚ ਪੈ ਕੇ ਛਿੱਬੋ ਨੇ ਵੀਰਾਂ ਦੀ ਮਾਂ ਕੋਲੋਂ ਵੀਰਾਂ ਮੰਗ ਲਈ। ਹਾਏ ਮੈਂ ਮਰ ਜਾਂ, ਭਲਾ ਕਦੀ ਇੰਜ ਵੀ ਹੋਇਆ ਏ? ਜਹੀ ਉਹ ਵੀਰਾਂ ਦੀ ਮਾਂ ਦੀ ਅੱਥਰ ਨਹੀਂ ਸੀ ਸੁੱਕਦੀ, ਪਰ ਛਿੱਬੋ ਆਂਦੀ ਸੀ, ਜਿੱਥੇ ਦੀ ਵੀਰਾਂ ਦੀ ਲਿਖੀ ਹੋਈ ਏ। ਦੂਜੇ ਕੰਨ ਉਸ ਵੇਲੇ ਖ਼ਬਰ ਹੋਈ ਜਦੋਂ ਵੀਰਾਂ ਨਿੱਕੀਆਂ ਇੱਟਾਂ ਦੀ ਬਣੀ ਹਵੇਲੀ ਵਿੱਚ ਵਹੁਟੀ ਬਣ ਕੇ ਆ ਗਈ। ਰੂਪਚੰਦ ਦੇ ਮੂੰਹ ਉੱਤੇ ਹੋਰ ਕਿਸੇ ਕੁਝ ਨਾ ਆਖਿਆ, ਸਿਰਫ ਪਿੰਡ ਦੇ 2-4 ਵੱਡਿਆਂ ਨੇ ਇੱਕ ਉਲਾਂਭੇ ਨਾਲ ਕਿਹਾ, "ਰੂਪਚੰਦਾ, ਭਲਾ ਤੂੰ ਉਂਗਲੀ ਕਰਦੋਂ ਤਾਂ ਕਿਸੇ ਨੇ ਤੈਨੂੰ ਉੱਚੇ ਘਰ ਦੀ ਧੀ ਨਹੀਂ ਸੀ ਦੇਣੀ? ਤੂੰ ਕਮੀਣਾ ਦੀ ਧੀ ਵਿਆਹ ਲਈ।" "ਕੋਈ ਨਹੀਂ ਚਾਚਾ, ਅੱਜ ਕੱਲ੍ਹ ਜਾਤਾਂ ਕੌਣ ਵਹਿੰਦਾ ਏ?" ਰੂਪਚੰਦ ਨੇ ਸਾਰਿਆਂ ਨੂੰ ਇੰਜ ਹੱਸ ਕੇ ਟਾਲ ਛੱਡਿਆ। ਕਈਆਂ ਨੇ ਉਭਾਸਰ ਕੇ ਤਾਂ ਕੁਝ ਨਾ ਕਿਹਾ, ਪਰ ਆਲੇ ਟੋਲੇ ਕਰਕੇ ਰੂਪਚੰਦ ਦੇ ਘਰ ਦਾ ਲੱਸੀ ਪਾਣੀ ਛੱਡ ਦਿੱਤਾ। ਜਿਉਂ-ਜਿਉਂ ਛਿੱਬੋ ਦਾ ਮਨ ਕੰਮਾਂ ਵਿੱਚੋਂ ਮੁੱਕਦਾ ਜਾਂਦਾ ਸੀ, ਤਿਉਂ-ਤਿਉਂ ਵੀਰਾਂ ਪੈਸੇ ਧੇਲੇ ਤੇ ਗਹਿਣੇ ਗੱਟੇ ਦਾ ਸਾਂਭ ਸਿੱਕਰ ਜੋਰੀ ਛਿੱਬੋ ਉੱਤੇ ਪਾਉਂਦੀ ਰਹਿੰਦੀ ਸੀ। ਉਂਝ ਉਸਨੇ ਛਿੱਬੋ ਕੋਲੋਂ ਸਾਰਾ ਖੇਚਲ ਵਾਲਾ ਕੰਮ ਆਪਣੇ ਜ਼ਿੰਮੇ ਲੈ ਲਿਆ ਸੀ। ਉਹ ਮੂੰਹ ਹਨੇਰੇ ਜਾਗਦੀ, ਖੁਰਚ-ਖੁਰਚ ਕੇ ਅੰਦਰ ਬਾਹਰ ਧੋਂਦੀ ਤੇ ਨਿੱਕੇ ਮੋਟੇ ਕੰਮ ਕਰਦੀ ਦੁਪਹਿਰਾਂ ਲਾ ਛੱਡਦੀ। ਵੀਰਾਂ ਦੇ ਹੱਥੀਂ ਅਜੇ ਚੂੜਾ ਨਹੀਂ ਸੀ ਮੈਲਾ ਹੋਇਆ ਜਦੋਂ 1947 ਚੜ੍ਹ ਪਿਆ ਤੇ ਸਾਰਿਆਂ ਪਿੰਡਾਂ ਵਿੱਚ ਫਸਾਦਾਂ ਦੀ ਅੱਗ ਲੱਗ ਪਈ। ਲੋਕ ਆਪਣੇ ਗੁਆਂਢੀਆਂ ਦੇ ਘਰ ਛੁਰਿਆਂ ਨੂੰ ਸਾਹਣ ਉੱਤੇ ਚਾੜ੍ਹਦਿਆਂ ਵੇਖਦੇ। ਲੋਕ ਛਵੀਆਂ ਨੂੰ ਮਾਂਜ-ਮਾਂਜ ਕੇ ਅੰਦਰ ਧਰਦੇ। ਛੋਟੇ ਚਾਕੂ ਅਤੇ ਲੰਮੀਆਂ ਕਰਦਾਂ, ਗਾਜਰਾਂ ਤੇ ਮੂਲੀਆਂ ਵਾਕਰ ਵਿਕਦੀਆਂ। ਲੋਕਾਂ ਨੇ ਟੁੱਟੇ-ਭੁੱਜੇ ਸ਼ੀਸ਼ਿਆਂ ਦੀਆਂ ਕੰਕਰਾਂ ਇਕੱਠੀਆਂ ਕਰ ਲਈਆਂ ਤੇ ਸਾਬਣ ਵਿੱਚ ਪਾਣ ਵਾਲਾ ਸੋਡਾ ਘੋਲ-ਘੋਲ ਕੇ ਲੋਕਾਂ ਨੇ ਭਾਂਡੇ ਭਰ ਲਏ। ਕਿਤੇ ਕੋਈ ਅੱਗ ਲਾਉਣ ਦਾ ਸਮਾਨ ਇਕੱਠਾ ਕਰਦਾ ਤੇ ਕਿਤੇ ਕੋਈ ਅੱਗ ਬੁਝਾਉਣ ਲਈ ਆਪਣੇ ਅੰਦਰ ਰੇਤ ਦੀਆਂ ਬੋਰੀਆਂ ਧਰਦਾ। ਤੀਵੀਆਂ ਨੇ ਤੋਲਾ-ਤੋਲਾ ਅਫੀਮ ਦਾ ਕੰਨੀ ਨਾਲ ਬੰਨ੍ਹ ਛੱਡਿਆ ਸੀ। ਅੱਗ ਅੰਦਰੇ ਅੰਦਰ ਧੁਖਦੀ ਰਹੀ। ਫੇਰ ਧੂੰਏਂ ਉੱਚੇ ਹੁੰਦੇ ਗਏ ਤੇ ਫੇਰ ਅੱਖਾਂ ਦੇ ਸਾਹਮਣੇ ਲਾਟਾਂ ਬਲਣ ਲੱਗ ਪਈਆਂ। ਪਿੰਡਾਂ ਤੋਂ ਪਿੰਡਾਂ ਦੇ ਰਾਹ ਟੁੱਟ ਗਏ ਸਨ। ਜਿੱਥੇ ਕੋਈ ਹੈ ਸੀ, ਦੂਜੇ ਦੀ ਸੂਰਤ ਲੈਣ ਜੋਗਾ ਨਹੀਂ ਸੀ। ਵੀਰਾਂ ਦੀ ਮਾਂ ਵੀਰਾਂ ਦੇ ਵਿਆਹ ਤੋਂ ਕੋਈ 8 ਦਿਨ ਪਿੱਛੋਂ ਇੱਕ ਦੂਰ ਦੇ ਪਿੰਡ ਆਪਣੇ ਕਿਸੇ ਸੰਬੰਧੀ ਕੋਲ ਟੁਰ ਗਈ। ਹੁਣ ਉਸਨੂੰ ਆਪਣੀ ਧੀ ਦੇ ਘਰ ਰਹਿਣਾ ਚੰਗਾ ਨਹੀਂ ਸੀ ਲੱਗਦਾ। ਇਸ ਲਈ ਹਵੇਲੀ ਵਿੱਚ ਛਿੱਬੋ ਤੇ ਵੀਰਾਂ ਦੋਵੇਂ ਇਕੱਲੀਆਂ ਸਨ। ਸ਼ਰੀਕੇ ਦੇ 2-2 ਘਰਾਂ ਨੇ, ਜਿਨ੍ਹਾਂ ਦੀ ਕੰਧ ਕਰਮਚੰਦ ਦੇ ਘਰ ਨਾਲ ਲੱਗਦੀ ਸੀ, ਉਸਦੀ ਪੱਕੀ ਹਵੇਲੀ ਵਿੱਚ ਠਾਹਰ ਲੈ ਲਈ। ਇਹਨਾਂ ਵਿੱਚੋਂ ਇੱਕ ਰੂਪਚੰਦ ਦਾ ਸ਼ਰੀਕੇ ਵਿੱਚ ਭਰਾ ਲੱਗਦਾ ਸੀ ਤੇ ਦੂਜਾ ਭਤੀਜਾ। ਭਰਾ ਨੇ ਆਪਣੇ 3ਵੇਂ ਬਾਲ ਆਪਣੀ ਇੱਕ ਭੈਣ ਕੋਲ ਲੁਧਿਆਣੇ ਘੱਲ ਛੱਡੇ ਸਨ ਤੇ ਆਪ ਦੋਵੇਂ ਜੀਅ ਆਪਣੇ ਘਰਾਂ ਜ਼ਮੀਨਾਂ ਦੀ ਰਾਖੀ ਲਈ ਪਿੱਛੇ ਰਹਿ ਗਏ ਸਨ। ਭਤੀਜੇ ਦਾ ਵਿਆਹ ਵੀਰਾਂ ਦੇ ਵਿਆਹ ਤੋਂ ਮਸਾਂ ਮਹੀਨਾ ਅੱਗੋਂ ਹੋਇਆ ਸੀ ਤੇ ਉਸਦੀ ਵਹੁਟੀ ਦੇ ਹੱਥ ਅਜੇ ਵੀ ਦੰਦ ਖੰਦ ਦਾ ਚੂੜਾ ਉਂਝੇ ਦਾ ਉਂਝੇ ਪਿਆ ਹੋਇਆ ਸੀ।
ਮੁਸੀਬਤ ਨੇ ਤਿੰਨਾਂ ਘਰਾਂ ਨੂੰ ਇਕੱਠਿਆਂ ਕਰ ਦਿੱਤਾ ਸੀ, ਪਰ ਜਨਾਨੀਆਂ ਅਜੇ ਵੀ ਆਪਣਾ ਪਕਾਉਂਦੀਆਂ ਤੇ ਆਪੋ ਆਪਣਾ ਖਾਂਦੀਆਂ ਸਨ। ਵੀਰਾਂ ਆਪ ਵੀ ਵੱਸ ਲੱਗਦੇ ਚੌਂਕੇ ਵੱਲ ਨਾ ਜਾਂਦੀ। ਉਂਝ ਕਿਸੇ ਨੂੰ ਵੀਰਾਂ ਤੋਂ ਕੋਈ ਸ਼ਿਕਾਇਤ ਨਹੀਂ ਸੀ। ਕਿਆਮਤ ਦਾ ਦਿਨ ਇਸ ਤੋਂ ਅੱਗੇ ਹੋਰ ਕੋਈ ਨਹੀਂ ਸੀ ਆਉਣਾ। ਰੂਪਚੰਦ ਦਾ ਸ਼ਰੀਕ ਭਰਾ ਬਾਹਰ ਪੈਲੀਆਂ ਵਿੱਚ ਕਿਸੇ ਨੇ ਵੱਢ ਛੱਡਿਆ ਤੇ ਆਪ ਰੂਪਚੰਦ ਉਸ ਰਾਤ ਹਵੇਲੀ ਦਾ ਪਹਿਰਾ ਦਿੰਦਾ ਮਾਰਿਆ ਗਿਆ। ਸਾਰੀ ਰਾਤ ਹਵੇਲੀ ਦੇ ਬੰਦ ਬੂਹੇ ਭੱਜਦੇ ਰਹੇ ਤੇ ਜਨਾਨੀਆਂ ਦੀਆਂ ਚੀਕਾਂ ਕੰਧਾਂ ਨਾਲ ਵੱਜ ਵੱਜ ਕੇ ਟੁੱਟਦੀਆਂ ਰਹੀਆਂ। ਵੀਰਾਂ ਨੇ ਆਪਣਾ ਚੂੜਾ ਭੰਨ ਭੰਨ ਕੇ ਆਪਣੀਆਂ ਬਾਹਾਂ ਘਾਇਲ ਕਰ ਛੱਡੀਆਂ ਸਨ। ਘਰ ਵਿੱਚ ਹੁਣ ਇੱਕੋ ਮਰਦ ਰੂਪਚੰਦ ਦਾ ਸ਼ਰੀਕ ਭਤੀਜਾ ਰਹਿ ਗਿਆ ਸੀ। ਉਹ ਹਵੇਲੀ ਦੇ ਬਾਹਰ ਬੂਹੇ ਵੱਲ ਬੰਦੂਕ ਤਾਣ ਕੇ ਆਪਣੀ ਬਾਰੀ ਵਿੱਚ ਬੈਠਾ ਹੋਇਆ ਸੀ ਤੇ ਜਿੱਥੋਂ ਤੱਕ ਵਾਹ ਲੱਗਦੀ ਕਿਸੇ ਨੂੰ ਹਵੇਲੀ ਦੇ ਬੂਹੇ ਤੱਕ ਨਹੀਂ ਸੀ ਆਉਣ ਦਿੰਦਾ। ਸਵੇਰ ਅਜੇ ਚੜ੍ਹੀ ਨਹੀਂ ਸੀ ਜਦੋਂ ਹਵੇਲੀ ਦੇ ਬੰਦ ਬੂਹਿਆਂ ਉੱਤੇ ਤੇਲ ਛਿੜਕਿਆ ਗਿਆ ਤੇ ਅੱਗ ਦੀ ਪਹਿਲੀ ਲੰਬ ਆਕਾਸ਼ ਵੱਲ ਉੱਠੀ। ਹਵੇਲੀ ਦੇ ਪਿਛਵਾੜੇ ਹਵੇਲੀ ਤੋਂ ਉੱਚੀ ਤੇ ਪੱਥਰ ਵਰਗੀ ਕੰਧ ਨਾਲ ਕਿੰਨੇ ਹੀ ਨੀਵੇਂ ਉੱਚੇ ਕੋਠੇ ਸਨ, ਜਿਨ੍ਹਾਂ ਉੱਤੋਂ ਪੰਜਵੇਂ, ਚੌਥੇ, ਤੀਸਰੇ ਤੇ ਦੂਜੇ ਘਰਾਂ ਦੀਆਂ ਕੰਧਾਂ ਵਿੱਚ ਰੱਸੀਆਂ ਅੜਾਉਂਦਾ ਤੇ ਛੱਤਾਂ ਟੱਪਦਾ ਨਜ਼ੀਰ ਆਖਿਰ ਹਵੇਲੀ ਦੇ ਛੱਤ ਉੱਤੇ ਪਹੁੰਚ ਪਿਆ ਸੀ। ਤ੍ਰੀਮਤਾ ਨੇ ਸੁਣਿਆ ਹੋਇਆ ਸੀ ਜਦੋਂ ਮਕਾਨ ਸੜ ਰਿਹਾ ਹੋਵੇ ਤਾਂ ਕੋਈ ਛੱਤ ਹੇਠ ਨਹੀਂ ਬਹਿੰਦਾ, ਉਸ ਵੇਲੇ ਪੌੜੀਆਂ ਵਿੱਚ ਬੈਠਣਾ ਚਾਹੀਦਾ ਹੈ। ਛੱਤਾਂ ਸਭ ਤੋਂ ਪਹਿਲਾਂ ਡਿੱਗਦੀਆਂ ਹਨ, ਫੇਰ ਕੰਧਾਂ ਤੇ ਫੇਰ ਪੌੜੀਆਂ। ਸ਼ਿੱਬੋ, ਵੀਰਾਂ ਤੇ ਦੋਵੇਂ ਤੀਵੀਆਂ ਹਵੇਲੀ ਦੀਆਂ ਉਤਲੀਆਂ ਪੌੜੀਆਂ ਵਿੱਚ ਬੈਠੀਆਂ ਕੰਬ ਰਹੀਆਂ ਸਨ। ਬਾਹਰ ਆਖਰਾਂ ਦਾ ਧੂੰਆਂ ਸੀ ਤੇ ਵਿੱਚ ਲੋਕਾਂ ਦੀਆਂ ਆਵਾਜ਼ਾਂ ਰਲੀਆਂ ਹੋਈਆਂ ਸਨ। ਵੀਰਾਂ ਨੇ ਪੌੜੀਆਂ ਤੋਂ ਬਾਹਰ ਆ ਕੇ ਖੁੱਲ੍ਹੀ ਛੱਤ ਉੱਤੇ ਇੱਕ ਵਾਰ ਬਾਹਰ ਨੂੰ ਨਜ਼ਰ ਕੀਤੀ, ਪਰ ਧੂੰਏ ਤੋਂ ਬਿਨਾਂ ਕੁਝ ਦਿਸਦਾ ਨਹੀਂ ਸੀ। ਜਿਉਂ-ਜਿਉਂ ਅੱਗ ਉੱਚੀ ਹੁੰਦੀ ਪਈ ਸੀ, ਲੋਕਾਂ ਦੀਆਂ ਆਵਾਜ਼ਾਂ ਕੁਝ ਦੂਰ ਹੋ ਗਈਆਂ ਸਨ। ਵੀਰਾਂ ਤ੍ਰਹਿ ਗਈ। ਨਜ਼ੀਰ ਨੇ ਉਸਦੇ ਮੋਢਿਆਂ ਉੱਤੇ ਹੱਥ ਧਰਿਆ ਹੋਇਆ ਸੀ। ਜੋ ਕੁਝ ਹੋਣਾ ਸੀ ਹੋ ਗਿਆ ਹੈ ਵੀਰਾਂ, ਹੁਣ ਅਜਾਈ ਮੌਤੇ ਮਰਨ ਵਿੱਚ ਕੁਝ ਨਹੀਂ ਲੱਭਣਾ, ਨਜ਼ੀਰ ਨੇ ਡਾਢੀ ਹਲੀਮੀ ਨਾਲ ਆਖਿਆ। ਵੀਰਾਂ ਜਿਵੇਂ ਆਪਣੀ ਹੋਸ਼ ਵਿੱਚ ਨਹੀਂ ਸੀ। ਉਸਨੇ ਆਪਣੇ ਗਵਾਂਢੀ ਨਜ਼ੀਰ ਨੂੰ ਪਛਾਣਿਆ ਤੇ ਨਾ ਹੀ ਉਸਦੀ ਗੱਲ ਸਮਝੀ। ਸੱਚਾ ਰੱਬ ਗਵਾਹ ਹੈ ਵੀਰਾਂ, ਵਾਰਿਓਂ ਉੱਤੇ ਹੋਣ ਲੱਗਾ ਏ। ਮੈਂ ਕਦੇ ਰੱਜ ਕੇ ਸੁੱਤਾ ਨਹੀਂ। ਸਾਰੀ ਰਾਤ ਮੈਂ ਤੇਰੇ ਸੁਪਨੇ ਪਿਆ ਘੜਦਾ ਰਹਿਣਾ ਵਾਂ। ਤੂੰ ਕੌਣ ਏ? ਵੀਰਾਂ ਦੇ ਮੂੰਹੋਂ ਮਸਾਂ ਏਨਾ ਹੀ ਨਿਕਲਿਆ। ਮੈਂ ਤੇਰਾ ਗਵਾਂਢੀ ਨਜ਼ੀਰ ਹਾਂ ਵੀਰਾਂ, ਤੂੰ ਮੈਨੂੰ ਪਛਾਣਦੀ ਕਿਉਂ ਨਹੀਂ? ਜਿੰਨੀ ਵਾਰ ਤੂੰ ਆਪਣੇ ਖੇਤਾਂ ਵਿੱਚ ਜਾਂਦੀ ਰਹੀ ਹੈ, ਮੈਂ ਓਨੀ ਵਾਰ ਹੀ ਖੂਹ 'ਤੇ ਬਹਿ ਕੇ ਟੱਪੇ ਗਾਉਂਦਾ ਰਿਹਾ ਵਾਂ। ਆਪਣੀ ਜਵਾਨੀ ਉੱਤੇ ਰਹਿਮ ਕਰ ਵੀਰਾਂ, ਜੇ ਤੂੰ ਜਿਉਂਦੀ ਕਿਸੇ ਹੋਰ ਦੇ ਹੱਥ ਲੱਗ ਗਈ ਓ ਤਾਂ ਵੀ ਤੂੰ ਨਹੀਂ ਬਚਣਾ। ਮੈਂ ਤੈਨੂੰ ਸਾਰੀ ਉਮਰ ਅਜਾ ਨਹੀਂ ਲੱਗਣ ਦਿਆਂਗਾ। ਐਸ ਰਾਹੋਂ ਪਿਛਲੇ ਰਾਹੋਂ ਮੈਂ ਤੈਨੂੰ ਫੁੱਲਾਂ ਵਾਂਗ ਉਤਾਰ ਲਵਾਂਗਾ। ਛੇਤੀ ਕਰ ਵੀਰਾਂ, ਹੁਣ ਇਹ ਹਵੇਲੀ ਸੜ ਕੇ ਸਵਾਹ ਹੋ ਜਾਣੀ ਏ। ਅੱਗ ਦੀਆਂ ਲਾਟਾਂ ਵੀਰਾਂ ਦੇ ਮੂੰਹ 'ਤੇ ਲਿਸ਼ਕਦੀਆਂ ਤੇ ਉਸਨੇ ਇੱਕ ਨਜ਼ਰ ਭਰ ਕੇ ਨਜ਼ੀਰ ਦੀਆਂ ਅੱਖਾਂ ਵਿੱਚ ਵੇਖਿਆ। ਇੱਕ ਮੇਰੀ ਗੱਲ ਮੰਨੇਗਾ? ਮੈਂ ਤੇਰੀਆਂ ਸਭੋ ਗੱਲਾਂ ਮੰਨਾਂਗਾ ਵੀਰਾਂ, ਸਾਰੀ ਉਮਰ ਮੰਨਾਂਗਾ। ਦੱਸ ਵੀਰਾਂ, ਤੂੰ ਸ਼ਿੱਬੋ ਨੂੰ ਤੇ ਦੋਹਾਂ ਤ੍ਰੀਮਤਾਂ ਨੂੰ ਇੱਥੋਂ ਅਮਨ ਅਮਾਨ ਕੱਢ ਦੇ, ਕਿਸੇ ਨੂੰ ਉਹਨਾਂ ਦੀ ਸੂਹ ਨਾ ਪਵੇ। ਇਹ ਮੈਂ ਕਿੰਜ ਕਰਾਂਗਾ ਵੀਰਾਂ? ਲੋਕ ਤੇ ਅੱਗੋਂ ਹੀ ਚਾਹੁੰਦੇ ਹਨ ਜੋ ਕਿਤੇ ਉਹ ਜਿਉਂਦੀਆਂ ਲੱਭ ਪੈਣ। ਉਹਨਾਂ ਨੂੰ ਤੇ ਹੋਰ ਕੋਈ ਰਾਹ ਨਹੀਂ ਲੱਭਾ ਤਾਂ ਉਹਨਾਂ ਨੇ ਅੱਗ ਲਾਈ ਏ। ਇਹ ਮੈਨੂੰ ਨਹੀਂ ਪਤਾ, ਪਰ ਜੇ ਤੂੰ ਇੰਜ ਕਰਦਾ ਏ ਮੈਂ ਸਾਰੀ ਉਮਰ ਤੇਰੀ ਹੱਥ ਬੱਧੀ ਗੁਲਾਮ ਹੋ ਜਾਵਾਂਗੀ, ਨਹੀਂ ਤੇ ਮੈਂ ਇਸ ਅੱਗ ਵਿੱਚੋਂ ਬਾਹਰ ਨਹੀਂ ਆਉਣਾ। ਚੰਗਾ, ਮੈਂ ਆਪਣੀ ਵਾਹ ਲਾ ਦੇਨਾ ਵਾਂ। ਸੱਚ ਆਨਾ ਏ? ਰੱਬ ਗਵਾਹ ਏ। ਮੈਨੂੰ ਇਤਬਾਰ ਏ, ਨਹੀਂ ਤੇ ਫੇਰ ਕਿੰਨੇ ਮਰਨੋਂ ਡੱਕ ਲੈਣਾ ਏ। ਅੱਗ ਦੀਆਂ ਲਾਟਾਂ ਹੁਣ ਸੂਹੀਆਂ ਕੁੱਟ ਹੋ ਗਈਆਂ ਸਨ ਤੇ ਲੋਕਾਂ ਦੀਆਂ ਆਵਾਜ਼ਾਂ ਦੂਰ ਹੋ ਚੱਲੀਆਂ ਗਈਆਂ ਸਨ। ਇੱਕ ਤ੍ਰੀਮਤ ਨੂੰ ਨਜ਼ੀਰ ਨੇ ਬਾਹਾਂ ਵਿੱਚ ਚੁੱਕ ਕੇ ਨਾਲ ਦੇ ਘਰ ਉਤਾਰਿਆ। ਵੀਰਾਂ ਨੇ ਧੂੰਏ ਨੂੰ ਚੀਰ ਕੇ ਹਵੇਲੀ ਦੀਆਂ ਪੌੜੀਆਂ ਉਤਰੀਆਂ ਤੇ ਹੇਠਲੀ ਛੱਤੋਂ ਖਾਲੀ ਬੰਦੂਕ ਫੜ ਰੂਪਚੰਦ ਦੇ ਭਤੀਜੇ ਦੀ ਬਾਂਹ ਫੜ ਆਂਦੀ। ਕੜੀ ਜਿਹਾ ਜਵਾਨ ਮੁੰਡਾ ਜਿਵੇਂ ਅੱਧਿਓਂ ਬਹੁਤਾ ਮਰ ਚੁੱਕਾ ਸੀ ਤੇ ਬੇਸੁਰਤ ਦਾ ਬੇਸੁਰਤ ਵੀਰਾਂ ਦੇ ਪਿੱਛੇ ਤੁਰਦਾ, ਰੱਸੀਆਂ ਨੂੰ ਫੜਦਾ, ਕੰਧਾਂ ਨਾਲ ਲਮਕਦਾ ਉਹ ਨਾਲ ਦੇ ਘਰ ਉਤਰਿਆ ਤੇ ਫਿਰ ਉਸ ਤੋਂ ਨਾਲ ਦੇ, ਹੋਰ ਨੀਵੇਂ ਨਜ਼ੀਰ ਦੇ ਘਰ ਲੱਥਾ। ਸ਼ੁਕਰ ਇਹ ਸੀ ਜੋ ਲੋਕ ਘਰਾਂ ਵਿੱਚ ਨਹੀਂ ਸਨ ਤੇ ਦੂਜੇ ਬੰਨੇ ਹਵੇਲੀ ਦੇ ਮੂੰਹ ਵੱਲ ਖਲੋਤੇ ਸੜਦੀ ਹਵੇਲੀ ਨੂੰ ਤੱਕ ਰਹੇ ਸਨ। ਅੱਗ ਦੇ ਲੰਬੇ ਆਸਮਾਨਾਂ ਨੂੰ ਛੂਹਣ ਲੱਗੇ ਸਨ, ਪਰ ਹੁਣ ਲੋਕ ਅੱਗ ਬੁਝਾ ਰਹੇ ਸਨ। ਨਹੀਂ ਤੇ ਨਾਲ ਦਾ, ਉਸ ਤੋਂ ਨਾਲ ਦਾ ਤੇ ਹੋਰ ਪਤਾ ਨਹੀਂ ਕਿੰਨੇ ਘਰ ਸੜ ਜਾਣੇ ਸਨ। ਨਾਲ ਦੇ ਖਾਲੀ ਘਰ ਦੀਆਂ ਬਾਰੀਆਂ ਕਾਲੀਆਂ ਚੁਆਤੀ ਹੋ ਗਈਆਂ ਸਨ। ਜਦੋਂ ਅੱਗ ਨੂੰ ਡੱਕਾ ਪਿਆ, ਲਾਂਬੇ ਹੇਠਾਂ ਲਹਿ ਗਏ, ਪਰ ਧੂੰਆਂ ਤੇ ਸੇਕ ਕਿਸੇ ਨੂੰ ਹਵੇਲੀ ਦੇ ਨੇੜੇ ਨਹੀਂ ਸੀ ਆਉਣ ਦਿੰਦਾ। ਪੂਰੇ 2 ਦਿਨ ਹਵੇਲੀ ਦਾ ਅੰਦਰ ਧੁਖਦਾ ਰਿਹਾ ਤੇ ਜਦੋਂ ਲੋਕਾਂ ਨੇ ਹਵੇਲੀ ਦੀ ਸਵਾਹ ਫਰੋਲੀ ਤਾਂ ਹੈਰਾਨ ਸਨ। ਨਾ ਕਿਸੇ ਮਨੁੱਖ ਦੀ ਹੱਡੀ ਲੱਭਦੀ ਸੀ ਤੇ ਨਾ ਪੰਗਰੇ ਹੋਏ ਸੋਨੇ ਦੀ ਝਲਕ ਪੈਂਦੀ ਸੀ। ਫੇਰ ਆਪੇ ਹੀ ਲੋਕ ਆਖਦੇ, ਅੱਗ ਵੀ ਤੇ ਆਖਰਾਂ ਦੀ ਸੀ, ਹੱਡੀਆਂ ਵੀ ਸੜ ਕੇ ਸਵਾਹ ਹੋ ਗਈਆਂ ਹੋਣਗੀਆਂ।
ਸਾਰੇ ਪਿੰਡ ਵਿੱਚੋਂ ਮੁਰਦਿਆਂ ਨੂੰ ਬਾਹਰ ਢੋਹ ਦਿੱਤਾ ਗਿਆ ਤੇ ਲੋਕਾਂ ਨੇ ਲਹੂ ਦੀ ਆਖਰੀ ਬੂੰਦ ਵੀ ਧੋ ਕੇ ਪਿੰਡ ਨੂੰ ਮੁੜ ਨਰੋਇਆ ਕਰ ਲਿਆ ਸੀ। ਸਿਰਫ ਅਜੇ ਹਵੇਲੀ ਦੀ ਸਵਾਹ ਆਪਣੀ ਥਾਂ ਤੇ ਪਈ ਹੋਈ ਸੀ। ਰਾਤ ਅੱਧਿਓਂ ਬਹੁਤੀ ਲੰਘ ਗਈ ਸੀ। ਮਾੜੀ ਮਾੜੀ ਹਵਾ ਵਗਦੀ ਪਈ ਸੀ। ਹਵੇਲੀ ਦੀ ਸਵਾਹ ਇਸ ਤਰ੍ਹਾਂ ਹਿੱਲੀ ਜਿਵੇਂ ਇੱਕ ਵਾਰ ਉਸਦਾ ਦਿਲ ਹਿੱਲ ਗਿਆ ਹੋਵੇ। ਪਾਰ ਕਮਾਦ ਵਿੱਚੋਂ ਅੱਗੜ ਪਿੱਛੜ 3 ਘੋੜੀਆਂ ਲੰਘ ਰਹੀਆਂ ਸਨ, ਜਿਨ੍ਹਾਂ ਵਿੱਚੋਂ ਵਿਚਲੀ ਸ਼ਿੱਬੋ ਦੀ ਘੋੜੀ ਕੋਲ ਖਲੋ ਕੇ ਵੀਰਾਂ ਨੇ ਗਹਿਣਿਆਂ ਦੀ ਇੱਕ ਪੋਟਲੀ ਸ਼ਿੱਬੋ ਦੇ ਲੱਕ ਨਾਲ ਬੱਧੀ ਤੇ ਫਿਰ ਉੱਚੇ ਉੱਚੇ ਕਮਾਦ ਵਿੱਚ ਇੱਕ ਪਰਛਾਵਾਂ ਬਣ ਗਈ। ਉਹ ਪਿੰਡ ਦੇ ਲੋਕ ਸਿਰਫ ਇਹੋ ਜਾਣਦੇ ਹਨ ਕਿ ਰੂਪ ਚੰਦ ਨੇ ਜੋ ਕਮੀਣਾ ਦੀ ਧੀ ਨਾਲ ਵਿਆਹ ਕੀਤਾ ਸੀ, ਉਹ ਕੁੜੀ ਪਤਾ ਨਹੀਂ ਕਿਵੇਂ ਨਜੀਲ ਨੇ ਹਵੇਲੀ ਵਿੱਚੋਂ ਜਿਉਂਦੀ ਕੱਢ ਲਈ ਹੈ ਤੇ ਆਪਣੇ ਘਰ ਪਾ ਲਈ ਹੈ।